ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਕਹਿ ਰਹੇ ਨੇ, ਗਾਵਣ ਤੁਧਨੋ ਜਤੀ ਸਤੀ ਸੰਤੋਖੀ। ਹੈ ਵਾਹਿਗੁਰੂ ਜੀ, ਜਿਹੜੇ ਜਤੀ ਲੋਕ ਨੇ, 6 ਜਤੀ ਮੰਨੇ ਨੇ ਅਸਲੀ, 6 ਜਤੀ ਮਾਇਆ ਕੇ ਬੰਦਾ, ਪਰ ਸਤਿਗੁਰੂ ਨੇ ਉਹਨਾਂ ਨੂੰ ਵੀ ਮਾਇਆ ਦੇ ਗੁਲਾਮ ਦੱਸਿਆ। ਹਜ਼ੂਰ ਕਹਿੰਦੇ ਜਿੰਨੇ ਜਤੀ ਨੇ ਬ੍ਰਹਮਚਾਰੀ ਨੇ, ਤੇ ਸਤੀ ਜਿਹੜੇ ਦਾਨੀ ਨੇ ਅਥਵਾ ਸਤ ਪਰਤੱਗੀ ਨੇ, ਤੇ ਜਿਹੜੇ ਸੰਤੋਖੀ ਨੇ ਚੁਣ ਕ੍ਰਿਸ਼ੀ ਵਰਗੇ, ਗਾਵਣ ਤੁਧਨੋਂ ਉਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਗਾਵਣ ਤੁਧਨੋਂ ਵੀਰ ਕਰਾਰੇ। ਹੇ ਵਾਹਿਗੁਰੂ ਜੀ, ਜਿਹੜੇ ਕਰਾਰੇ ਦਾ ਅਰਥ ਹੈ ਕਰੜੇ, ਭਾਵ ਤਕੜੇ ਵੀਰ ਸੂਰਮੇ ਨੇ, ਧਰਮੀ ਸੂਰਬੀਰ, ਉਹ ਵੀ ਤੇਰੇ ਜਸ ਨੂੰ ਗਾਉਂਦੇ ਹਨ। ਜਿਵੇਂ ਮਹਾਰਾਜਾ ਖੜਕ ਸਿੰਘ ਦੇ ਬਾਰੇ ਤੁਸੀਂ ਸੁਣਿਆ ਸੀ, ਉਹ ਇੱਕ ਮਹਾਨ ਧਰਮੀ ਯੋਧਾ ਸੀ। ਉਹ ਜੇ ਮਹਾਨ ਤਕੜੇ ਸੂਰਮੇ ਵੀ ਤੇਰੇ ਜਸ ਨੂੰ ਗਾਉਂਦੇ ਹਨ। ਗਾਵਣ ਤੁਧਨੋ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਹੇ ਵਾਹਿਗੁਰੂ ਜੀ, ਗਾਵਣ ਤੁਧਨੋਂ ਪੰਡਤ ਪੜਨ ਰਖੀਸਰ। ਜਿਹੜੇ ਪੰਡਤ ਲੋਕ ਨੇ, ਵਿਦਵਾਨ ਲੋਕ ਨੇ, ਤੇ ਪੜਨ ਦਾ ਅਰਥ ਹੈ ਜਿਹੜੇ ਪੜਨ ਵਾਲੇ ਵਿਦਿਆਰਥੀ ਨੇ। ਇੱਕ ਪੰਡਤ ਨੇ ਜਿਹੜੇ ਵਿਦਵਾਨ ਨੇ, ਤੇ ਜਿਹੜੇ ਹਾਲੇ ਸਟੱਡੀ ਕਰ ਰਹੇ ਨੇ ਉਹ ਵਿਦਿਆਰਥੀ ਹੁੰਦੇ ਨੇ, ਉਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਤੇ ਰਖੀਸਰ ਦਾ ਅਰਥ ਹੈ ਜਿਹੜੇ ਬੜੇ ਬੜੇ ਰਿਸ਼ੀ ਨੇ, ਔਰ ਉਹਨਾਂ ਦੇ ਵਿੱਚੋਂ ਵੀ ਸ਼੍ਰੋਮਣੀ ਜਿਨ੍ਹਾਂ ਨੂੰ ਰਾਜ ਰਿਸ਼ੀ ਆਖਿਆ ਜਾਂਦਾ ਹੈ। ਬੜੇ ਬੜੇ ਵਿਦਵਾਨ ਤੇ ਬਹੁਤ ਸਾਰੇ ਵਿਦਿਆਰਥੀ ਤੇ ਬੜੇ ਬੜੇ ਜਿਹੜੇ ਰਾਜ ਰਿਸ਼ੀ ਨੇ, ਔਰ ਉਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਬਿਆਸ ਤੇ ਵਸਿਸ਼ਟ ਵਰਗੇ ਜੁਗ ਜੁਗ ਵੇਦਾਂ ਨਾਲੇ, ਤੇ ਜੁਗਾਂ ਜੁਗਾਂ ਦੇ ਵੇਦਾਂ ਦੇ ਨਾਲ, ਤੇ ਜਿਹੜੇ ਵੈਦਿਕ ਰਿਸ਼ੀ ਹਨ ਤੇ ਬੜੇ ਬੜੇ ਹੋਰ ਮਹਾਂਪੁਰਖ ਨੇ, ਉਹ ਤੇਰੇ ਜਸ ਨੂੰ ਗਾ ਰਹੇ ਹਨ। ਗਾਵਣ ਤੁਧਨੋ ਮੋਹਣੀਆਂ ਮਨ ਮੋਹਣ, ਸੁਰਗ ਮਛ ਪਿਆਲੇ। ਹਜ਼ੂਰ ਕਹਿੰਦੇ ਹੋਰ ਕੌਣ ਕੌਣ ਤੇਰੇ ਜਸ ਨੂੰ ਗਾਉਂਦੇ ਨੇ। ਗਾਵਣ ਤੁਧਨੋ ਮੋਹਣੀਆਂ ਮਨ ਮੋਹਣ। ਮੋਹਣੀਆਂ ਦਾ ਅਰਥ ਹੈ ਇਸਤਰੀਆਂ, ਜਿਹੜੀਆਂ ਜੀਵਾਂ ਦੇ ਮਨਾਂ ਨੂੰ ਮੋਹਿਤ ਕਰਦੀਆਂ ਨੇ, ਉਹ ਵੀ ਤੇਰੇ ਜਸ ਨੂੰ ਗਾਉਂਦੀਆਂ ਨੇ। ਸੁਰਗ ਮਛ ਪਿਆਲੇ, ਸਵਰਗ ਵੀ ਤੇ ਮਾਤਲੋਕ ਵੀ ਤੇ ਪਤਾਲ ਵੀ, ਇਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਤਿੰਨੇ ਲੋਕ ਤੇਰੇ ਜਸ ਨੂੰ ਗਾ ਰਹੇ ਹਨ, ਅਥਵਾ ਤਿੰਨੇ ਲੋਕਾਂ ਦੀਆਂ ਜੋ ਮੋਹਣੀਆਂ ਇਸਤਰੀਆਂ ਨੇ, ਉਹ ਵੀ ਤੇਰੇ ਜਸ ਨੂੰ ਗਾ ਰਹੀਆਂ ਹਨ। ਗਾਵਣ ਤੁਧਨੋ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗਾਵਣ ਤੁਧਨੋ ਰਤਨ ਉਪਾਏ ਤੇਰੇ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜਿਹੜੇ ਤੁਸਾਂ ਰਤਨ ਪੈਦਾ ਕੀਤੇ ਨੇ, 14 ਰਤਨ ਜਿਹੜੇ ਖੀਰ ਸਮੁੰਦਰ ਵਿੱਚੋਂ ਨਿਕਲੇ ਸਨ, ਅਤੇ ਬਾਕੀ ਜਿਹੜੇ ਰਤਨ ਤੋਂ ਮੁਰਾਦ ਹੈ ਵੀ ਜਿਹੜੇ ਬਹੁਤ ਉੱਚ ਪਾਏਂਦੇ ਕੋਈ ਗੁਣੀ ਨੇ, ਵਿਦਵਾਨ ਨੇ, ਉਹਨਾਂ ਨੂੰ ਵੀ ਰਤਨ ਕਿਹਾ ਜਾਂਦਾ। ਹਜ਼ੂਰ ਕਹਿੰਦੇ ਨੇ ਜਿੰਨੇ ਵੀ ਤੁਸਾਂ ਰਤਨ ਪੈਦਾ ਕੀਤੇ ਨੇ, ਉਹ ਵੀ ਸਾਰੇ ਤੁਹਾਡੇ ਜਸ ਨੂੰ ਗਾਉਂਦੇ ਹਨ। 68 ਤੀਰਥ ਨਾਲੇ, 68 ਤੀਰਥਾਂ ਦੇ ਨਾਲ, ਤੇ ਬਾਕੀ ਜਿਹੜੇ ਹੋਰ ਤੀਰਥ ਨੇ, 68 ਤਾਂ ਮੁੱਖ ਹੋ ਗਏ ਨਾ, ਤੇ ਉਂਝ ਤੀਰਥਾਂ ਦੀ ਗਿਣਤੀ 68 ਕਰੋੜ ਲਿਖੀ ਮਿਲਦੀ ਹੈ। ਜਿਹੜੇ ਹਿੰਦੁਸਤਾਨ ਦੇ ਤੀਰਥ ਨੇ 68 ਕਰੋੜ ਨੇ, ਪਰ ਹਜ਼ੂਰ ਕਹਿੰਦੇ 68 ਤੀਰਥ ਬਾਕੀ ਹੋਰ ਸਾਰੇ ਤੀਰਥਾਂ ਦੇ ਨਾਲ ਮਿਲ ਕੇ ਉਹ ਆਪ ਜੀ ਦੇ ਜਸ ਨੂੰ ਗਾ ਰਹੇ ਹਨ। ਗਾਵਣ ਤੁਧਨੋ ਜੋਧ ਮਹਾਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਇੱਥੇ ਹੀ ਬਸ ਨਹੀਂ, ਜਿਹੜੇ ਬੜੇ ਬੜੇ ਜੋਧ ਸੂਰਮੇ ਨੇ, ਬਹਾਦਰ ਨੇ, 3 ਪ੍ਰਕਾਰ ਦੇ ਸੂਰਮੇ ਲਿਖੇ ਨੇ, ਰਥੀ, ਮਹਾਰਥੀ, ਅਤਰਥੀ ਸੂਰਮੇ, ਉਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਰਥੀ ਉਹ ਜਿਹੜਾ ਬਰਾਬਰ ਦੇ ਦੁਸ਼ਮਣ ਦੇ ਨਾਲ ਹਮੇਸ਼ਾ ਲਈ ਜੰਗ ਯੁੱਧ ਕਰਕੇ ਜਿੱਤ ਪ੍ਰਾਪਤ ਕਰ ਸਕੇ। ਮਹਾਬਲ ਮਹਾਰਥੀ ਕੱਲਾ 10,000 ਦੇ ਨਾਲ ਮੁਕਾਬਲਾ ਕਰੇ, ਤੇ ਅਤਰਥੀ ਸੂਰਮਾ ਜਿਹੜਾ ਅਣਗਿਣਤ ਦੁਸ਼ਮਣਾਂ ਦਾ ਕੱਲਾ ਹੀ ਟਾਕਰਾ ਕਰੇ, ਉਹਨੂੰ ਅਤਰਥੀ ਸੂਰਮਾ ਕਿਹਾ ਹੈ। ਇਧਰ ਅਧਿਆਤਮਕ ਖੇਤਰ ਦੇ ਅੰਦਰ ਜਿਹੜਾ ਆਪਣੇ ਸਰੀਰ ਨੂੰ ਪਾਪਾਂ ਵਿਕਾਰਾਂ ਤੋਂ ਬਚਾਈ ਰੱਖੇ, ਉਹ ਰਥੀ ਸੂਰਮਾ ਹੈ। ਆਪਣੀਆਂ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਕੰਟਰੋਲ ਕਰ ਲਵੇ, ਉਹ ਮਹਾਰਥੀ ਹੈ। ਜਿਹੜਾ ਆਪਣੇ ਮਨ ਦੇ ਫੁਰਨਿਆਂ ਤੇ ਕੰਟਰੋਲ ਕਰ ਲਵੇ, ਉਹ ਅਤਰਥੀ ਸੂਰਮਾ ਹੈ। ਮਨ ਨੂੰ ਰੋਕਣਾ ਸਭ ਤੋਂ ਔਖੀ ਗੱਲ ਹੈ। ਜਿਹੜਾ ਮਨ ਦੇ ਫੁਰਨਿਆਂ ਨੂੰ ਰੋਕ ਲਵੇ, ਉਹ ਅਤਰਥੀ ਸੂਰਮਾ ਹੈ। ਹਜ਼ੂਰ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਰਥੀ, ਮਹਾਰਥੀ, ਅਤਰਥੀ ਸੂਰਮੇ, ਉਹ ਵੀ ਤੁਹਾਡੇ ਜਸ ਨੂੰ ਗਾਉਂਦੇ ਹਨ। ਗਾਵਣ ਤੁਧਨੋਂ ਖਾਣੀ ਚਾਰੇ।
ਚਾਰ ਖਾਣੀਆਂ ਦੇ ਜੀਵ, ਚਾਰ ਖਾਣੀਆਂ ਨੇ ਅੰਡਜ, ਜੀਰਜ, ਸੇਤਜ, ਉਤਪੁਜ। ਅੰਡਜ ਜਿਹੜੀ ਅੰਡੇ ਤੋਂ ਪੈਦਾ ਹੋਣ ਵਾਲੇ ਬਹੁਤ ਸਾਰੇ ਜੀਵ ਜੰਤ ਹਨ, ਤੇ ਜੀਰਜ ਜਿਹੜੀ ਜੇਰ ਤੋਂ ਪੈਦਾ ਹੋਣ ਵਾਲੇ, ਜਿਵੇਂ ਮਨੁੱਖ ਹੈ, ਪਸ਼ੂ ਹੈ, ਇਹ ਜੇਰ ਤੋਂ ਪੈਦਾ ਹੋਣ ਵਾਲੇ ਵੀ ਬੇਅੰਤ ਜੀਵ ਹਨ। ਅੰਡ, ਜੀਰਜ, ਸੇਤਜ ਦਾ ਅਰਥ ਹੈ ਜਿਹੜੇ ਪਸੀਨੇ ਤੋਂ, ਗਰਮੀ ਤੋਂ ਪੈਦਾ ਹੋਣ ਵਾਲੇ ਨੇ। ਆ ਜਿਵੇਂ ਜੂਆਂ ਤੇ ਮੱਛਰ ਆਦਿ ਜ਼ਿਆਦਾ ਗਰਮੀ 'ਚ ਹੀ ਪੈਦਾ ਹੁੰਦੇ ਨੇ, ਇਹ ਸੇਤਜ ਖਾਣੀ ਹੈ। ਤੇ ਉਤਪੁਜ ਖਾਣੀ ਉਹ ਹੈ ਜਿਹੜੀ ਧਰਤੀ ਵਿੱਚੋਂ ਕਈ ਜੀਵ ਪੈਦਾ ਹੁੰਦੇ ਨੇ, ਜਿਵੇਂ ਬਿਰਛ ਨੇ, ਬਨਸਪਤੀ ਹੈ, ਇਹਨਾਂ ਨੂੰ ਉਤਪੁਜ ਖਾਣੀ ਕਿਹਾ ਜਾਂਦਾ। ਹਜ਼ੂਰ ਕਹਿੰਦੇ ਚਾਰ ਖਾਣੀਆਂ ਦੇ ਜੀਵ ਇਹ ਵੀ ਹੈ ਵਾਹਿਗੁਰੂ ਜੀ ਤੁਹਾਡੇ ਜਸ ਨੂੰ ਗਾਉਂਦੇ ਹਨ। ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਜਿਤਨੇ ਵੀ ਖੰਡ ਨੇ, 9 ਖੰਡ ਇਸ ਧਰਤੀ ਦੇ ਮੰਨੇ ਨੇ, ਤੇ ਬਾਕੀ ਹੋਰ ਧਰਤੀਆਂ ਦੇ ਟੁਕੜੇ ਬਹੁਤ ਨੇ, ਕਿਉਂਕਿ ਖੰਡ ਬਹੁਵਚਨ ਹੈ। ਤੇ ਮੰਡਲ ਜਿਹੜੇ ਕੋਈ ਗ੍ਰਹਿ ਨੇ, ਵੱਖੋ ਵੱਖਰੇ ਹੋਰ ਕੋਈ ਮੰਡਲ ਨੇ। ਬ੍ਰਹਮੰਡਾ ਤੇ ਜਿਹੜੇ ਵੱਡੇ ਬ੍ਰਹਮੰਡਾ ਦਾ ਅਰਥ ਹੈ ਵੀ ਜਿਹੜੇ ਬ੍ਰਹਮੰਡ ਨੇ, ਇਹ ਵੀ ਆਪ ਜੀ ਦੇ ਜਸ ਨੂੰ ਗਾਉਂਦੇ ਨੇ। ਇਹਦਾ ਮਤਲਬ ਜਿੰਨੇ ਵੀ ਧਰਤੀ ਦੇ ਟੁਕੜੇ ਨੇ ਉਹਨਾਂ ਤੇ ਰਹਿਣ ਵਾਲੇ ਜੀਵ, ਤੇ ਮੰਡਲ ਜਿਹੜੇ ਉੱਪਰਲੇ ਮੰਡਲਾਂ ਦੇ ਵਿੱਚ ਰਹਿਣ ਵਾਲੇ ਜੀਵ ਨੇ, ਜਿਹੜੇ ਲੱਖਾਂ ਪਾਤਾਲ ਤੇ ਆਕਾਸ਼ੇ ਮੰਡਲੀ ਨੇ ਨਾ, ਤੇ ਜਿਤਨੇ ਬ੍ਰਹਮੰਡ ਨੇ ਉਹਨਾਂ ਦੇ ਵੀ ਸਾਰੇ ਜੀਵ ਤੇਰੇ ਜਸ ਨੂੰ ਗਾਉਂਦੇ ਹਨ। ਕਰ ਕਰ ਰੱਖੇ ਤੇਰੇ ਧਾਰੇ, ਹੇ ਵਾਹਿਗੁਰੂ ਜੀ ਤੁਸਾਂ ਪੈਦਾ ਕਰ ਕਰਕੇ ਇਹਨਾਂ ਨੂੰ ਟਿਕਾ ਕੇ ਰੱਖਿਆ ਹੋਇਆ ਹੈ, ਤੇ ਤੇਰੇ ਧਾਰੇ ਤੇਰੀ ਹੀ ਚੇਤਨ ਸੱਤਾ ਦੇ ਆਸਰੇ ਤੇ ਤੇਰੀ ਹੀ ਨਾਮ ਦੀ ਸ਼ਕਤੀ ਦੇ ਆਸਰੇ ਸਾਰੇ ਖੜੇ ਨੇ, ਤੇ ਸਾਰੇ ਤੇਰੇ ਜਸ ਨੂੰ ਗਾ ਰਹੇ ਹਨ। ਸੇਈ ਤੁਧਨੋ ਗਾਵਣ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਸੇਈ ਤੁਧਨੋ ਗਾਵਣ, ਉਹੀ ਤੁਹਾਡੇ ਜਸ ਨੂੰ ਗਾਉਂਦੇ ਹਨ। ਜੋ ਤੁਧ ਭਾਵਨ, ਜੋ ਤੁਹਾਡੇ ਮਨ ਨੂੰ ਭਾ ਜਾਂਦੇ ਨੇ, ਭਾਵ ਜੋ ਤੁਹਾਡੇ ਮਨ ਨੂੰ ਭਾਉਂਦੇ ਨੇ, ਉਹਨਾਂ ਨੂੰ ਤੁਸੀਂ ਕੀਰਤਨ ਦੀ, ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰਦੇ ਹੋ। ਉਹ ਕੌਣ ਨੇ? ਰਤੇ ਤੇਰੇ ਭਗਤ ਰਸਾਲੇ। ਉਹ ਤੇਰੇ ਰਸਾਲੇ ਦਾ ਅਰਥ ਹੈ ਸੁੰਦਰ, ਜਾਂ ਰਸਾਲੇ ਦਾ ਅਰਥ ਹੈ ਜਿਹੜੇ ਰਸ ਦਾ ਘਰ। ਤੇਰੇ ਨਾਮ ਦੇ ਰਸੀਏ ਭਗਤ ਹਨ, ਜਿਹੜੇ ਤੇਰੇ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ, ਤੇ ਹਰ ਵੇਲੇ ਤੇਰੇ ਜਸ ਨੂੰ ਗਾਉਂਦੇ ਰਹਿੰਦੇ ਨੇ, ਤੇ ਉਹੀ ਤੇਰੇ ਮਨ ਨੂੰ ਭਾਉਂਦੇ ਹਨ। ਹੋਰ ਕੇਤੇ ਤੁਧਨੋ ਗਾਵਣ, ਸੇ ਮੈਂ ਚਿਤ ਨਾ ਆਵਣ, ਨਾਨਕ ਕਿਆ ਵਿਚਾਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਕੁਝ ਦੱਸਣ ਤੋਂ ਬਾਅਦ ਤੇ ਹੁਣ ਆਪਣੀ ਨਿਰਮਾਣਤਾ ਦੇ ਨਾਲ ਕਹਿੰਦੇ ਨੇ, ਹੇ ਵਾਹਿਗੁਰੂ ਜੀ ਹੋਰ ਕਿੰਨੇ ਹੀ ਜੀਵ ਤੈਨੂੰ ਗਾਉਂਦੇ ਨੇ। ਸੇ ਮੈਂ ਚਿਤ ਨਾ ਆਵਣ, ਉਹ ਮੈਨੂੰ ਚੇਤੇ ਨਹੀਂ ਆ ਸਕਦੇ, ਮੈਂ ਸਾਰਿਆਂ ਦੇ ਨਾਮ ਨਹੀਂ ਦੱਸ ਸਕਦਾ। ਨਾਨਕ ਕਿਆ ਵਿਚਾਰੇ, ਇਹ ਤੁਹਾਡਾ ਦਾਸ ਨਾਨਕ ਕੀ ਵਿਚਾਰ ਉਹਨਾਂ ਦੀ ਦੱਸ ਸਕਦਾ ਹੈ, ਕਿਉਂਕਿ ਬੇਅੰਤ ਸ੍ਰਿਸ਼ਟੀ ਹੈ। ਜਿੰਨੀ ਕੁ ਤੁਸਾਂ ਮੈਨੂੰ ਸੋਝੀ ਬਖਸ਼ੀ ਹੈ ਉਨੀ ਕੁ ਦਾ ਮੈਂ ਜ਼ਿਕਰ ਕਰ ਦਿੱਤਾ ਹੈ। ਹੋਰ ਕਿੰਨੇ ਤੈਨੂੰ ਗਾਉਂਦੇ ਨੇ, ਮੈਂ ਉਹਨਾਂ ਦੇ ਬਾਰੇ ਜਾਣ ਵੀ ਨਹੀਂ ਸਕਦਾ, ਉਹ ਮੇਰੇ ਚਿੱਤ ਚੇਤੇ ਵੀ ਨਹੀਂ ਆ ਸਕਦੇ, ਮੈਂ ਉਹਨਾਂ ਦੀ ਵਿਚਾਰ ਕੀ ਦੱਸ ਸਕਦਾ ਹਾਂ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇੱਥੇ ਆ ਕੇ ਸੋਈ ਸੋਈ ਉਸ ਵਾਹਿਗੁਰੂ ਦੀ ਮਹਿਮਾ ਕਰਦੇ ਨੇ। ਪਹਿਲਾਂ ਸਾਰਾ ਹੀ ਇਹ ਸੋਦਰ ਵਾਹਿਗੁਰੂ ਦੇ ਸਨਮੁਖ ਉਚਾਰਨ ਕੀਤਾ ਹੈ। ਸੋਈ ਸੋਈ ਇੱਥੇ ਆ ਕੇ ਅਨ ਪੁਰਖ ਦੇ ਵਿੱਚ ਹੁਣ ਉਚਾਰਨ ਕਰ ਰਹੇ ਹਨ। ਸੋਈ ਸੋਈ ਸਦਾ ਸੱਚ ਸਾਹਿਬ, ਹਜ਼ੂਰ ਕਹਿੰਦੇ ਉਹੀ ਅਕਾਲ ਪੁਰਖ ਵਾਹਿਗੁਰੂ ਸੱਚ ਸਾਹਿਬ, ਉਹ ਸੱਚਾ ਪਾਤਸ਼ਾਹ ਹੈ ਤੇ ਹਮੇਸ਼ਾ ਲਈ ਉਹ ਸੱਚਾ ਪਾਤਸ਼ਾਹ ਹੈ। ਸਾਚਾ ਸਾਚੀ ਨਾਈ, ਉਹ ਪਹਿਲਾਂ ਵੀ ਸੱਚਾ ਸਾਹਿਬ ਸੀ ਤੇ ਹੁਣ ਵੀ ਉਹ ਸੱਚਾ ਹੈ। ਸਾਚੀ ਨਾਈ, ਉਹਦੀ ਨਾਈ ਵਡਿਆਈ ਵੀ ਸੱਚੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਹੁਣ ਹੀ ਸੱਚ ਨਹੀਂ, ਉਹ ਪਹਿਲਾਂ ਵੀ ਸੱਚ ਸੀ ਤੇ ਹੁਣ ਵੀ ਸੱਚ ਹੈ ਤੇ ਅੱਗੇ ਨੂੰ ਵੀ ਉਹ ਸੱਚਾ ਹੋਵੇਗਾ। ਹਜ਼ੂਰ ਨੇ ਜਪਜੀ ਸਾਹਿਬ ਜੀ ਦੇ ਆਰੰਭ ਦੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ।
ਇਹ ਉਹਦੀ ਤਾਰੀਫ ਹੈ। ਉਹੀ ਵਾਹਿਗੁਰੂ ਹਮੇਸ਼ਾ ਲਈ ਪਹਿਲਾਂ ਸੱਚ ਸੀ, ਉਹੀ ਹੁਣ ਹੈ ਸੱਚਾ ਸਾਹਿਬ, ਉਹੀ ਫਿਰ ਅੱਗੇ ਨੂੰ ਵੀ ਸੱਚਾ ਹੋਵੇਗਾ। ਤੇ ਸਾਚੀ ਨਾਈ ਉਹਦੀ ਨਾਈ ਮਹਿਮਾ, ਉਹਦੀ ਵਡਿਆਈ ਵੀ ਸੱਚੀ ਹੈ। ਤੇ ਹੁਣ ਕਈ ਵਿਦਵਾਨਾਂ ਨੇ ਸੋਈ ਸੋਈ ਸਦਾ ਸੱਚ ਇੱਥੇ ਛੋਟਾ ਵਿਸਰਾਮ ਦੇ ਕੇ ਸਾਹਿਬ ਸਾਚਾ ਇਸ ਤਰ੍ਹਾਂ ਪਾਠ ਕਰਕੇ ਸਾਚੀ ਨਾਈ, ਇਉਂ ਤਿੰਨ ਇਸ ਪੰਕਤੀ ਦੇ ਇਹਨਾਂ ਨੇ ਵਿਸਰਾਮ ਦਿੱਤੇ ਹਨ। ਪਰ ਚਾਲ ਦੇ ਵਾਸਤੇ ਮਹਾਂਪੁਰਖ ਇਸੇ ਤਰ੍ਹਾਂ ਹੀ ਦੱਸਦੇ ਨੇ ਸੋਈ ਸੋਈ ਸਦਾ ਸੱਚ ਸਾਹਿਬ, ਕਿਉਂਕਿ ਜਦੋਂ ਆਪਾਂ ਸਾਹਿਬ ਸਾਚਾ ਕਹਿੰਦੇ ਆ ਉਹ ਚਾਲ ਵਿਗੜਦੀ ਹੈ, ਮਗਰ ਥੋੜੇ ਸ਼ਬਦ ਰਹਿ ਜਾਂਦੇ ਨੇ। ਅਰਥ ਵਾਸਤੇ ਠੀਕ ਹੈ, ਵਿਦਵਾਨ ਆਪੋ ਆਪਣੇ ਹਿਸਾਬ ਦੇ ਨਾਲ ਕਰੀ ਜਾਂਦੇ ਨੇ, ਪਰ ਚਾਲ ਵਾਸਤੇ ਸਾਹਿਬ ਤੇ ਵਿਸਰਾਮ ਹੀ ਹੈ। ਸੋਈ ਸੋਈ ਸਦਾ ਸੱਚ ਸਾਹਿਬ, ਤੇ ਅਰਥ ਵੀ ਇਸ ਤਰ੍ਹਾਂ ਠੀਕ ਹੀ ਬਣ ਰਿਹਾ ਹੈ ਵੀ ਉਹੀ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਸੱਚਾ ਸਾਹਿਬ ਪਿੱਛੇ ਸੀ, ਤੇ ਸਾਚਾ ਉਹੀ ਸੱਚਾ ਪਾਤਸ਼ਾਹ ਹੁਣ ਹੈ, ਤੇ ਉਹੀ ਅੱਗੇ ਲਈ ਹੋਵੇਗਾ। ਇਹਨੂੰ ਅਰਥ ਵੀ ਠੀਕ ਹੀ ਬਣਦਾ ਹੈ। ਤੇ ਜਿਹੜਾ ਸਾਹਿਬ ਹੈ ਇਹਨੂੰ ਦੇਲੀ ਦੀਪਕ ਮੰਨ ਕੇ ਅਰਥ ਲਈ ਅੱਗੇ ਵੀ ਵਰਤਿਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਨਹੀਂ ਵੀ ਆਪਾਂ ਵਿਸਰਾਮ ਹੀ ਅੱਗੇ ਚੱਕ ਕੇ ਲੈ ਜਾਣਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਸੱਚਾ ਸਾਹਿਬ, ਕਿਉਂਕਿ ਸੱਚ ਪਹਿਲਾਂ ਵੀ ਆ ਗਿਆ। ਸੋਈ ਸੋਈ ਸਦਾ ਸੱਚ ਸਾਹਿਬ, ਉਹ ਸੱਚਾ ਸਾਹਿਬ ਉਹ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਤੇ ਫਿਰ ਵੀ ਰਹੇਗਾ। ਉਸ ਵਾਹਿਗੁਰੂ ਦੀ ਨਾਈ ਮਹਿਮਾ ਵਡਿਆਈ ਵੀ ਸੱਚੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨ ਰਚਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਹਦੀ ਹਸਤੀ ਬਾਰੇ ਸਾਨੂੰ ਦੱਸ ਰਹੇ ਨੇ। ਹੈ ਪੀ ਹੋਸੀ, ਉਹ ਵਾਹਿਗੁਰੂ ਹੈ, ਹੁਣ ਵੀ ਹੈ ਵਰਤਮਾਨ ਸਮੇਂ ਦੇ ਅੰਦਰ। ਪੀ ਪਿੱਛੇ ਵੀ ਸੀ ਤੇ ਹੋਸੀ ਅੱਗੇ ਨੂੰ ਵੀ ਹੋਵੇਗਾ। ਜਾਏ ਨਾ ਜਾਸੀ, ਉਹ ਨਾ ਕਦੀ ਪੈਦਾ ਹੋਇਆ ਹੈ, ਜਾਏ ਦਾ ਅਰਥ ਹੈ ਪੈਦਾ ਹੋਣਾ, ਤੇ ਨਾ ਜਾਸੀ ਨਾ ਹੀ ਕਦੀ ਉਹ ਮਰ ਕੇ ਜਾਵੇਗਾ। ਰਚਨਾ ਜਿਨ ਰਚਾਈ, ਜਿਸਨੇ ਇਹ ਸਾਰੀ ਰਚਨਾ ਰਚਾਈ ਹੈ। ਭਾਵ ਆ ਜਿਤਨੇ ਵੀ ਪਹਾੜ ਨੇ, ਸਮੁੰਦਰ ਨੇ, ਜੀਵ ਜੰਤ ਨੇ, ਤੇ ਬਾਕੀ ਹੋਰ ਇੰਨੀਆਂ ਧਰਤੀਆਂ ਨੇ, ਧਰਤੀ ਹੋਰ ਪਰੈ ਹੋਰ ਹੋਰ, ਇਹ ਸਾਰੀ ਰਚਨਾ ਉਹਨੇ ਰਚਾਈ ਹੈ। ਪਾਤਾਲਾਂ ਪਾਤਾਲ, ਲਖ ਆਗਾਸਾਂ ਆਗਾਸ, ਕਿੰਨੀ ਬੇਅੰਤ ਰਚਨਾ ਹੈ। ਜਿਸ ਵਾਹਿਗੁਰੂ ਨੇ ਇਹ ਸਾਰੀ ਰਚਨਾ ਰਚਾਈ ਹੈ ਉਹ ਵਾਹਿਗੁਰੂ ਸਰਬ ਕਾਲ ਵਿਆਪਕ ਹੈ। ਰੰਗੀ ਰੰਗੀ ਭਾਤੀ ਕਰ ਕਰ ਜੰਸੀ ਮਾਇਆ ਜਿਨ ਉਪਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰਚਨਾ ਵੀ ਉਸ ਨੇ ਰਚੀ ਹੈ, ਤੇ ਫਿਰ ਆ ਜਿਹੜੀ ਮਾਇਆ ਹੈ ਰੰਗ ਬਰੰਗੀ, ਤੇ ਭਾਂਤੀ ਦਾ ਅਰਥ ਹੈ ਕਈ ਵੰਨ ਸੁਵੰਨੀ, ਪੈਦਾ ਕਰ ਕਰਕੇ, ਤੇ ਜਨਸੀ ਦਾ ਅਰਥ ਹੈ ਅਨੇਕਾਂ ਇਹਦੀਆਂ ਨਸਲਾਂ ਬਣਾ ਬਣਾ ਕੇ, ਵੈਰਾਈਟੀਆਂ ਬਣਾ ਬਣਾ ਕੇ, ਕਿਉਂਕਿ ਮਾਇਆ ਦੇ ਕਈ ਰੂਪ ਨੇ ਨਾ, ਮਾਇਆ ਵਿਆਪਕ ਬਹੁ ਪ੍ਰਕਾਰੀ। ਤੇ ਮਾਇਆ ਜਨੋ ਪਾਈ, ਜਿਸ ਵਾਹਿਗੁਰੂ ਨੇ ਵੀ ਇਹ ਮਾਇਆ ਵੀ ਪੈਦਾ ਕੀਤੀ ਹੈ। ਰੰਗੀ ਰੰਗੀ ਦਾ ਅਰਥ ਹੈ ਅਨੇਕ ਰੰਗਾਂ ਦੀ, ਭਾਂਤੀ ਦਾ ਅਰਥ ਹੈ ਵੰਨ ਸੁਵੰਨੀ, ਤੇ ਜਨਸੀ ਦਾ ਅਰਥ ਹੈ ਅਨੇਕਾਂ ਨਸਲਾਂ ਦੀ। ਇਹ ਜਿਤਨੀ ਵੀ ਜੜ ਚੇਤਨ ਮਾਇਆ ਹੈ ਨਾ, ਕੁਦਰਤ ਦਾ ਪਸਾਰਾ, ਇਹਨੂੰ ਮਾਇਆ ਹੀ ਕਿਹਾ ਜਾਂਦਾ ਹੈ। ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੀ ਹੈ। ਜਾਂ ਦੂਜਾ ਇਹਦਾ ਅਰਥ ਇਹ ਵੀ ਮਹਾਂਪੁਰਖ ਕਰਦੇ ਸਨ ਵੀ ਵਾਹਿਗੁਰੂ ਪਰਮੇਸ਼ਰ ਨੇ ਮਾਇਆ ਦੁਆਰਾ, ਕਿਉਂਕਿ ਮਾਇਆ ਉਹਦੀ ਮੂਲ ਸ਼ਕਤੀ ਹੈ, ਜਿਸ ਨੂੰ ਆਪਾਂ ਕੁਦਰਤ ਕਹਿੰਦੇ ਹਾਂ। ਮਾਇਆ ਜਿਨੋ ਪਾਈ, ਜਿਸ ਵਾਹਿਗੁਰੂ ਨੇ ਆਪਣੀ ਮਾਇਆ ਰੂਪ ਸ਼ਕਤੀ ਦੁਆਰਾ ਆ ਜਿਹੜੀ ਰੰਗ ਬਰੰਗੀ ਸ੍ਰਿਸ਼ਟੀ ਹੈ, ਤੇ ਭਾਂਤੀ ਵੰਨ ਸਵੰਨੀ ਵੀ ਹੈ, ਤੇ ਅਨੇਕਾਂ ਇਸ ਦੀਆਂ ਜਿਨਸਾਂ ਨੇ, ਨਸਲਾਂ ਨੇ। ਹੁਣ ਪਸ਼ੂ ਪੰਛੀਆਂ ਦੀਆਂ ਵੀ ਵੱਖੋ ਵੱਖਰੀਆਂ ਨਸਲਾਂ ਨੇ। ਇਸ ਲਈ ਜਿੰਨੀ ਵੀ ਸ੍ਰਿਸ਼ਟੀ ਹੈ ਸਾਰੀ ਉਸ ਵਾਹਿਗੁਰੂ ਨੇ ਮਾਇਆ ਦੁਆਰਾ ਆਪ ਹੀ ਪੈਦਾ ਕੀਤੀ ਹੈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਆਪਣੀ ਰਚਨਾ ਨੂੰ ਪੈਦਾ ਕਰ ਕਰਕੇ, ਤੇ ਫਿਰ ਉਹ ਆਪਣੇ ਕੀਤੇ ਹੋਏ ਸਾਰੇ ਸੰਸਾਰ ਨੂੰ ਆਪ ਹੀ ਦੇਖ ਰਿਹਾ ਹੈ। ਜਿਉਂ ਤਿਸ ਦੀ ਵਡਿਆਈ, ਜਿਵੇਂ ਉਸ ਦੀ ਆਪਣੀ ਵਡਿਆਈ ਰਜ਼ਾ ਹੁੰਦੀ ਹੈ, ਜਿਵੇਂ ਉਸ ਦੀ ਆਪਣੀ ਮੌਜ ਹੁੰਦੀ ਹੈ। ਇੱਥੇ ਵਡਿਆਈ ਦਾ ਅਰਥ ਮੌਜ ਜਾਂ ਰਜ਼ਾ ਹੀ ਵਧੇਰੇ ਟੁਕਦਾ ਹੈ। ਜਿਵੇਂ ਉਸ ਵਾਹਿਗੁਰੂ ਦੀ ਆਪਣੀ ਰਜ਼ਾ ਹੈ, ਜਿਵੇਂ ਉਹਦੀ ਆਪਣੀ ਮੌਜ ਹੈ, ਉਸੇ ਤਰ੍ਹਾਂ ਉਹ ਆਪਣੇ ਕੀਤੇ ਹੋਏ ਸਾਰੇ ਸੰਸਾਰ ਨੂੰ ਪੈਦਾ ਕਰ ਕਰਕੇ ਦੇਖ ਰਿਹਾ ਹੈ, ਉਸ ਦੀ ਨਿਗਰਾਨੀ ਨਜ਼ਰਸਾਨੀ ਕਰ ਰਿਹਾ ਹੈ। ਜੋ
ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਇਹ ਅਨਪੁਰਖ ਦੇ ਵਿੱਚ ਹੀ ਵਿਚਾਰ ਹੋ ਰਹੀ ਹੈ। ਜੋ ਤਿਸ ਭਾਵੈ, ਜੋ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੈ, ਸੋਈ ਕਰਸੀ, ਉਹ ਉਹੀ ਕਰੇਗਾ। ਪਹਿਲਾਂ ਵੀ ਉਹੀ ਕੁਛ ਹੁੰਦਾ ਆਇਆ, ਹੁਣ ਵੀ ਉਹੀ ਹੋ ਰਿਹਾ ਹੈ, ਤੇ ਅੱਗੇ ਨੂੰ ਵੀ ਜੋ ਉਸ ਵਾਹਿਗੁਰੂ ਨੂੰ ਭਾਵੇਗਾ ਉਹੀ ਕਰੇਗਾ। ਫਿਰ ਹੁਕਮ ਨਾ ਕਰਨਾ ਜਾਈ। ਹਜ਼ੂਰ ਕਹਿੰਦੇ ਮੁੜ ਕੇ ਉਸ ਵਾਹਿਗੁਰੂ ਪਰਮੇਸ਼ਰ ਤੇ ਹੁਕਮ ਨਹੀਂ ਕੀਤਾ ਜਾ ਸਕਦਾ। ਜੋ ਵਾਹਿਗੁਰੂ ਨੂੰ ਪਾਉਂਦਾ ਹੈ ਉਹ ਕਰੇਗਾ। ਜੋ ਵਾਹਿਗੁਰੂ ਕਰਦਾ ਹੈ ਔਰ ਉਹਦੇ ਐਂਟੀ ਭਾਵ ਉਹਦੇ ਮੁਕਾਬਲੇ ਤੇ ਕੋਈ ਹੋਰ ਹੁਕਮ ਕਰਨ ਵਾਲਾ ਨਹੀਂ ਹੈ, ਫਿਰ ਹੁਕਮ ਨਾ ਕਰਨਾ ਜਾਈ। ਇੱਥੇ ਫਿਰ ਸ਼ਬਦ ਤੇ ਹੋਰ ਕਈ ਸ਼ਬਦ ਵਿਸ਼ੇਸ਼ ਰੂਪ ਦੇ ਵਿੱਚ ਗੁਰੂ ਮਹਾਰਾਜ ਨੇ ਵੱਖਰੇ ਤੇ ਵਿਸ਼ੇਸ਼ ਵਰਤੇ ਹਨ। ਹਜ਼ੂਰ ਕਹਿੰਦੇ ਨੇ ਜੋ ਵਾਹਿਗੁਰੂ ਨੂੰ ਪਾਉਂਦਾ ਉਹੀ ਕਰਦਾ ਤੇ ਕਰੇਗਾ, ਫਿਰ ਹੁਕਮ ਨਾ ਕਰਨਾ ਜਾਈ। ਤੇ ਮੁੜ ਕੇ ਉਸ ਵਾਹਿਗੁਰੂ ਦੇ ਸਾਹਮਣੇ ਭਾਈ ਉਹ ਹੁਕਮ ਨਹੀਂ ਕੀਤਾ ਜਾ ਸਕਦਾ, ਜਾਂ ਉਹਦੇ ਹੁਕਮ ਦੇ ਮੂਹਰੇ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਮੈਂ ਆਹ ਕੰਮ ਨਹੀਂ ਕਰਨਾ, ਤੇ ਜਾਂ ਉਸ ਦੇ ਹੁਕਮ ਦੇ ਉੱਤੇ ਹੋਰ ਹੁਕਮ ਨਹੀਂ ਕੀਤਾ ਜਾ ਸਕਦਾ। ਹੁਕਮ ਨਾ ਕਰਨਾ ਜਾਈ ਵੀ ਆਹ ਇਉਂ ਨਹੀਂ ਇਉਂ ਕਰ, ਇਹ ਹੁਕਮ ਤੇ ਹੁਕਮ ਨਹੀਂ ਹੋ ਸਕਦਾ। ਜਿਵੇਂ ਕੋਈ ਆਦਮੀ ਕੋਈ ਕੰਮ ਕਰਦਾ ਹੈ ਨਾ, ਤੇ ਆਪਾਂ ਉਹਨੂੰ ਕਹਿ ਦਿੰਦੇ ਹਾਂ ਵੀ ਇਹ ਇਉਂ ਨਹੀਂ, ਆ ਜਿਵੇਂ ਅਸੀਂ ਕਹਿੰਦੇ ਐਵੇਂ ਕਰਨਾ ਪਊਗਾ, ਉਹ ਹੁਕਮ ਤੇ ਹੁਕਮ ਹੁੰਦਾ। ਪਰ ਜਦੋਂ ਇੱਕ ਵਾਰੀ ਵਾਹਿਗੁਰੂ ਹੁਕਮ ਕਰ ਦੇਵੇ ਤੇ ਉਹਦੇ ਹੁਕਮ ਦੇ ਉੱਤੇ ਫੇਰ ਕੋਈ ਹੁਕਮ ਨਹੀਂ ਕਰ ਸਕਦਾ। ਇਸ ਲਈ ਉਸ ਵਾਹਿਗੁਰੂ ਪਰਮੇਸ਼ਰ ਦੀ ਸਾਨੂੰ ਰਜ਼ਾ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ। ਸੋ ਪਾਤਸ਼ਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਪਾਤਸ਼ਾਹ ਹੈ ਤੇ ਸ਼ਾਹਾਂ ਪਤ ਸਾਹਿਬ, ਉਹ ਸ਼ਾਹਾਂ ਦਾ ਵੀ ਪਾਤ ਸਾਹਿਬ ਹੈ। ਜਪਜੀ ਸਾਹਿਬ ਦੇ ਵਿੱਚ ਇਹ ਪਾਤ ਦੋਵੇਂ ਵਾਰੀ ਪਾਤਸ਼ਾਹ ਸ਼ਬਦ ਆਇਆ ਹੈ ਤੇ ਪਾਤ ਸਾਹਿਬ, ਇੱਥੇ ਕੰਨੇ ਤੋਂ ਬਿਨਾ ਪਤ ਸਾਹਿਬ ਆਇਆ ਹੈ। ਉਹ ਵਾਹਿਗੁਰੂ ਪਾਤਸ਼ਾਹ ਹੈ ਤੇ ਸ਼ਾਹਾਂ ਦਾ ਵੀ ਉਹ ਪਾਤਸ਼ਾਹ ਹੈ। ਨਾਨਕ ਰਹਿਣ ਰਜਾਈ। ਹਜ਼ੂਰ ਕਹਿੰਦੇ ਪਾਏ ਸਾਨੂੰ ਉਹਦੀ ਰਜ਼ਾ ਦੇ ਵਿੱਚ ਹੀ ਰਹਿਣਾ ਚੰਗਾ ਲੱਗਦਾ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦੇ ਬਾਰੇ ਕਹਿ ਰਹੇ ਨੇ, ਉਤਮ ਪੁਰਖ ਦੇ ਵਿੱਚ ਸਾਨੂੰ ਉਹਦੀ ਰਜ਼ਾ ਦੇ ਵਿੱਚ ਹੀ ਰਹਿਣਾ ਚੰਗਾ ਲੱਗਦਾ ਹੈ, ਕਿਉਂਕਿ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ, ਉਸ ਦਾ ਸਾਰਿਆਂ ਤੇ ਹੁਕਮ ਚੱਲਦਾ ਹੈ। ਉਸੇ ਦੇ ਬਾਰੇ ਬਾਣੀ ਵਿੱਚ ਲਿਖਿਆ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਬਈ ਵਾਹਿਗੁਰੂ ਪਰਮੇਸ਼ਰ ਵਰਗਾ ਦੁਨੀਆ ਦੇ ਵਿੱਚ ਕੋਈ ਰਾਜਾ ਨਹੀਂ ਹੋ ਸਕਦਾ। ਸੋ ਪਾਤਸ਼ਾਹੋ ਸਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਤੁਸੀਂ ਪਹਿਲਾਂ ਵੀ ਵਿਚਾਰ ਸਰਵਣ ਕੀਤੀ ਸੀ, ਇੱਕ ਰਾਜੇ ਹੁੰਦੇ ਨੇ, ਦੂਸਰੇ ਮਹਾਰਾਜੇ ਹੁੰਦੇ ਨੇ, ਤੀਸਰੇ ਬਾਦਸ਼ਾਹ ਹੁੰਦੇ ਨੇ, ਚੌਥੇ ਸ਼ਹਿਨਸ਼ਾਹ ਹੁੰਦੇ ਨੇ। ਪਰ ਉਹ ਵਾਹਿਗੁਰੂ ਸ਼ਹਿਨਸ਼ਾਹਾਂ ਦਾ ਵੀ ਸ਼ਹਿਨਸ਼ਾਹ ਹੈ, ਉਸ ਦੀ ਸਭ ਤੋਂ ਉੱਚੀ ਪਦਵੀ ਹੈ। ਇਸੇ ਲਈ ਹਜ਼ੂਰ ਕਹਿੰਦੇ ਉਹਦੇ ਸਾਹਮਣੇ ਕਿਸੇ ਦਾ ਹੁਕਮ ਨਹੀਂ ਚੱਲਦਾ, ਸਭ ਨੂੰ ਉਸ ਦਾ ਹੁਕਮ ਮੰਨਣਾ ਪੈਂਦਾ ਹੈ। ਨਾਨਕ ਰਹਿਣ ਰਜਾਈ। ਇਸੇ ਲਈ ਹਜ਼ੂਰ ਕਹਿੰਦੇ ਭਾਈ ਸਾਨੂੰ ਉਹਦੀ ਰਜ਼ਾ ਦੇ ਵਿੱਚ ਹੀ ਰਹਿਣਾ ਚੰਗਾ ਲੱਗਦਾ ਹੈ, ਤੇ ਸਾਨੂੰ ਵੀ ਇਹੀ ਉਪਦੇਸ਼ ਦੇ ਰਹੇ ਨੇ ਵੀ ਉਹਦੀ ਰਜ਼ਾ ਦੇ ਵਿੱਚ ਹੀ ਰਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਾਣੀ ਸੋਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਜਦੋਂ ਸੱਚਖੰਡ ਵਿੱਚ ਗਏ ਉਸ ਵੇਲੇ ਉਚਾਰਨ ਕੀਤੀ, ਸੰਪਰਦਾਈ ਉਥਾਨਕਾ ਦੇ ਅਨੁਸਾਰ। ਔਰ ਇਹਦੇ ਬਾਰੇ ਇੱਕ ਵਿਸ਼ੇਸ਼ ਵਿਚਾਰ ਵੀ ਮਹਾਂਪੁਰਖ ਸਰਵਣ ਕਰਵਾਉਂਦੇ ਸਨ। ਬਈ ਕਹਿੰਦੇ ਨੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਕਾਲ ਪੁਰਖ ਦੇ ਸੱਚਖੰਡ ਦੇ ਵਿੱਚ ਇਹ ਪਵਿੱਤਰ ਸੋਦਰ ਬਾਣੀ ਉਚਾਰਨ ਕੀਤੀ ਤੇ ਵਾਹਿਗੁਰੂ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਉਸ ਵੇਲੇ ਇਹ ਹੁਕਮ ਕੀਤਾ, ਜਿੰਨੇ ਵੀ ਸੱਚਖੰਡ ਦੇ ਵਿੱਚ ਰਹਿਣ ਵਾਲੇ ਸਨ, ਕੋਈ ਮਹਾਂਪੁਰਖ ਕਹਿ ਦਿਓ, ਕੋਈ ਤਤ ਬੇਤੇ ਬ੍ਰਹਮ ਗਿਆਨੀ, ਉਹਨਾਂ ਸਾਰਿਆਂ ਨੂੰ ਇਹ ਹੁਕਮ ਕੀਤਾ ਹੈ ਬਈ ਤੁਸੀਂ ਇਸ ਬਾਣੀ ਨੂੰ ਪੜ੍ਹਨਾ ਹੈ। ਔਰ ਰਹਿਰਾਸ ਸਾਹਿਬ ਦੇ ਪਾਠ ਦੇ ਨਾਲ ਸੱਚਖੰਡ ਦੇ ਵਿੱਚ ਹਾਜ਼ਰੀ ਲੱਗਦੀ ਹੈ, ਤੇ ਉਹਨਾਂ ਨੂੰ ਵੀ ਆਖਿਆ ਤੁਸੀਂ ਵੀ ਇਹ ਬਾਣੀ ਪੜ੍ਹਨੀ ਹੈ। ਬਾਕੀ ਤਾਂ ਸਾਰਿਆਂ ਨੇ ਹੁਕਮ ਮੰਨਿਆ, ਜਿਨ੍ਹਾਂ ਦੇ ਬਾਰੇ ਪਿੱਛੇ ਜ਼ਿਕਰ ਹੋ ਚੁੱਕਿਆ ਹੈ ਵੀ ਸਾਰੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਸਨ, ਉਹਨਾਂ ਨੇ ਤੇ ਵਾਹਿਗੁਰੂ ਦਾ ਹੁਕਮ ਮੰਨਣਾ ਹੀ ਸੀ। ਪਰ ਉਹਨਾਂ ਵਿੱਚ ਕੁਝ ਸੁੰਨ ਸਮਾਧੀਏ ਲੋਕ ਸਨ, ਜਿਹੜੇ ਅਫੁਰ ਦੇ ਵਿੱਚ ਹੀ ਟਿਕਣ ਵਾਲੇ ਸੀ। ਉਹਨਾਂ ਨੇ ਹੁਕਮ ਮੰਨਣ ਤੋਂ ਕੁਝ ਆਨਾਕਾਨੀ ਕੀਤੀ। ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਖਿਆ
ਵੀ ਅਸੀਂ ਤੇ ਸੁੰਨ ਸਮਾਧੀ ਲਾਉਣ ਵਾਲੇ ਹਾਂ ਤੇ ਅਸੀਂ ਸਾਡੇ ਮਨ ਵਿੱਚ ਕੋਈ ਐਸਾ ਫੁਰਨਾ ਉੱਠਦਾ ਹੀ ਨਹੀਂ ਤੇ ਅਸੀਂ ਇਹ ਬਾਣੀ ਨਹੀਂ ਉਚਾਰਨ ਕਰ ਸਕਦੇ, ਅਸੀਂ ਨਹੀਂ ਇਹ ਬਾਣੀ ਪੜ੍ਹ ਸਕਦੇ। ਤੇ ਜਦੋਂ ਉਹਨਾਂ ਨੇ ਹੁਕਮ ਮੰਨਣ ਤੋਂ ਜਵਾਬ ਦਿੱਤਾ ਤੇ ਕਹਿੰਦੇ ਨੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਇਹ ਹੁਕਮ ਕਰ ਦਿੱਤਾ ਬਈ ਠੀਕ ਆ, ਭਾਵੇਂ ਤੁਸੀਂ ਸੁੰਨ ਸਮਾਧੀਏ ਹੋ, ਪਰ ਇੱਕ ਗੱਲ ਯਾਦ ਰੱਖੋ, ਤੁਸੀਂ ਮੇਰਾ ਹੁਕਮ ਨਹੀਂ ਮੰਨਿਆ। ਇਸ ਲਈ ਜਿੰਨਾ ਚਿਰ ਤੱਕ ਸੱਚਖੰਡ ਦੇ ਵਿੱਚ ਰਹਿਰਾਸ ਸਾਹਿਬ ਦਾ ਪਾਠ ਹੋਵੇਗਾ ਤੇ ਤੁਸੀਂ ਸੱਚਖੰਡ ਦੇ ਵਿੱਚ ਨਹੀਂ ਰਹਿ ਸਕੋਗੇ, ਉਹਨਾਂ ਸਮਾਂ ਤੁਹਾਨੂੰ ਬਾਹਰ ਜਾਣਾ ਪਵੇਗਾ। ਇਹਦੀ ਇੱਕ ਇਤਿਹਾਸ ਵਿੱਚੋਂ ਸਾਨੂੰ ਪੁਖਤਾ ਗਵਾਹੀ ਵੀ ਮਿਲਦੀ ਹੈ। ਇੱਕ ਵਾਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਬਾਣੀ ਵਿੱਚ ਵੀ ਕੁਝ ਐਸੇ ਪ੍ਰਮਾਣ ਮਿਲਦੇ ਨੇ, ਸੁੰਨ ਸਮਾਧੀ ਆਪ ਸੁੰਨ ਸਮਾਧੀ ਦੀ ਗੱਲ ਆਉਂਦੀ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜਿਹੜੇ ਸੁੰਨ ਸਮਾਧੀ ਲੋਕ ਨੇ ਇਹ ਕਿਹੋ ਜਿਹੇ ਹੁੰਦੇ ਨੇ, ਸਾਨੂੰ ਇਹਨਾਂ ਦੇ ਦਰਸ਼ਨ ਕਰਵਾਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਭਾਈ ਲਹਿਣੇ ਨੂੰ ਹੁਕਮ ਕੀਤਾ, ਇਹ ਗੁਰੂ ਅੰਗਦ ਦੇਵ ਮਹਾਰਾਜ ਦਾ ਪਹਿਲਾ ਨਾਮ ਸੀ। ਕਹਿਣ ਲੱਗੇ, ਭਾਈ ਲਹਿਣਿਆ, ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇ ਫਿਰ ਵਾਹਿਗੁਰੂ ਦਾ ਸਿਮਰਨ ਕਰਦਾ ਹੋਇਆ ਤੂੰ ਫਲਾਨੀ ਦਿਸ਼ਾ ਵੱਲ ਚਲਿਆ ਜਾਵੀਂ ਤੇ ਤੈਨੂੰ ਉੱਥੇ ਦਰਸ਼ਨ ਹੋਣਗੇ। ਕਹਿੰਦੇ ਨੇ ਭਾਈ ਲਹਿਣਾ ਗੁਰੂ ਮਹਾਰਾਜ ਦੇ ਹੁਕਮ ਨੂੰ ਮੰਨਦਾ ਹੋਇਆ ਚੱਲ ਪਿਆ ਤਾਂ ਉਸਨੇ ਕੀ ਦੇਖਿਆ, ਕਈ ਤਰ੍ਹਾਂ ਦੇ ਅਜੀਬ ਕੌਤਕ ਉਸਨੇ ਦੇਖੇ। ਕੁਝ ਐਸੇ ਲੋਕ ਸਨ ਜਿਨ੍ਹਾਂ ਦੀਆਂ ਗਰਦਨਾਂ ਦੇ ਵਿੱਚ ਕਿੱਲੇ ਠੁਕੇ ਹੋਏ ਸਨ ਤੇ ਪਿੱਛੇ ਨੂੰ ਧੌਣਾ ਮੁੜੀਆਂ ਹੋਈਆਂ ਸਨ, ਉਹ ਬੰਦੇ ਦਿਸੇ। ਉਸ ਤੋਂ ਅੱਗੇ ਗਏ, ਕੀ ਵੇਖਦੇ ਨੇ ਵੀ ਕੁਝ ਐਸੇ ਵੀ ਲੋਕ ਨੇ, ਉਹਨਾਂ ਦੀਆਂ ਲਾਸ਼ਾਂ ਲਟਕਦੀਆਂ ਨੇ ਤੇ ਪੰਛੀ ਉਹਨਾਂ ਦਾ ਮਾਸ ਕੱਟ ਕੇ ਖਾਈ ਜਾ ਰਹੇ ਨੇ। ਇਹ ਕੌਤਕ ਪਹਿਲਾਂ ਦਿਸੇ ਨੇ। ਉਸ ਤੋਂ ਬਾਅਦ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਅੱਗੇ ਚਲੇ ਗਏ। ਇੱਕ ਬਹੁਤ ਸੁੰਦਰ ਅਸਥਾਨ ਆਇਆ ਹੈ ਤੇ ਬੜੀ ਇਕਾਂਤ ਹੈ ਔਰ ਉੱਥੇ ਬਹੁਤ ਸੁੰਦਰ ਇੱਕ ਇਮਾਰਤ ਬਣੀ ਹੋਈ ਹੈ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਚਲੇ ਗਏ। ਤੇ ਜਦੋਂ ਸਤਿਗੁਰੂ ਮਹਾਰਾਜ ਉੱਥੇ ਗਏ ਤਾਂ ਕਹਿੰਦੇ ਨੇ ਉੱਥੇ ਕੁਝ ਐਸੇ ਦਿਵ ਲੋਕ ਦਿਖਾਈ ਦਿੱਤੇ ਜਿਨ੍ਹਾਂ ਦੇ ਚਿਹਰਿਆਂ ਤੇ ਵੱਖਰਾ ਹੀ ਇੱਕ ਜਾਹੋ ਜਲਾਲ ਸੀ। ਤੇ ਕੁਝ ਸਮਾਂ ਉਹ ਉੱਥੇ ਬੈਠੇ ਤੇ ਫਿਰ ਉਹਨਾਂ ਨੂੰ ਉੱਥੇ ਭੋਜਨ ਵੀ ਪਹੁੰਚਿਆ ਤੇ ਉਹਨਾਂ ਨੇ ਭੋਜਨ ਛਕਿਆ। ਕੁਝ ਸਮੇਂ ਤੋਂ ਬਾਅਦ ਉਹ ਵਾਪਸ ਚਲੇ ਗਏ। ਵਾਪਸ ਜਾਣ ਤੋਂ ਪਹਿਲਾਂ ਭਾਈ ਲਹਿਣੇ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੌਣ ਲੋਕ ਹੋ? ਤਾਂ ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਅਸੀਂ ਸੁੰਨ ਸਮਾਧੀਏ ਹਾਂ। ਇੱਥੇ ਤੁਸੀਂ ਕਿਸ ਤਰ੍ਹਾਂ ਆਏ ਹੋ? ਤਾਂ ਉਹਨਾਂ ਦੱਸਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੋਦਰ ਬਾਣੀ ਉਚਾਰਨ ਕੀਤੀ ਸੱਚਖੰਡ ਦੇ ਵਿੱਚ ਤੇ ਅਕਾਲ ਪੁਰਖ ਨੇ ਸਾਰਿਆਂ ਨੂੰ ਹੁਕਮ ਕੀਤਾ ਵੀ ਸਾਰੇ ਇਸ ਬਾਣੀ ਦਾ ਉਚਾਰਨ ਕਰਿਆ ਕਰੋ, ਪਰ ਅਸਾਂ ਹੁਕਮ ਨਹੀਂ ਮੰਨਿਆ ਤੇ ਹੁਣ ਸਾਨੂੰ ਇਹ ਵਾਹਿਗੁਰੂ ਪਰਮੇਸ਼ਰ ਵੱਲੋਂ ਆਗਿਆ ਹੁੰਦੀ ਹੈ, ਜਦੋਂ ਉੱਥੇ ਰਹਿਰਾਸ ਸਾਹਿਬ ਜੀ ਦਾ ਪਾਠ ਹੁੰਦਾ ਸੀ ਸੱਚਖੰਡ ਵਿੱਚ ਨਹੀਂ ਰਹਿ ਸਕਦੇ, ਸਾਨੂੰ ਬਾਹਰ ਉੱਥੋਂ ਤੋਰ ਦਿੱਤਾ ਜਾਂਦਾ ਹੈ ਤੇ ਪਾਠ ਦੀ ਸਮਾਪਤੀ ਤੋਂ ਬਾਅਦ ਫਿਰ ਅਸੀਂ ਉੱਥੇ ਪਹੁੰਚ ਸਕਦੇ ਹਾਂ। ਔਰ ਉਹ ਸਮਾਂ ਸੱਚਖੰਡ ਤੋਂ ਬਾਹਰ ਹੀ ਸਾਨੂੰ ਕੱਟਣਾ ਪੈਂਦਾ, ਸਾਡੇ ਲਈ ਬੜਾ ਦੁਖਦਾਈ ਇਹ ਸਮਾਂ ਹੁੰਦਾ ਤੇ ਹੁਣ ਅਸੀਂ ਸੱਚਖੰਡ ਦੇ ਵਿੱਚ ਜਾਵਾਂਗੇ ਤੇ ਉੱਥੇ ਜਾ ਕੇ ਸਾਨੂੰ ਸ਼ਾਂਤੀ ਮਿਲੇਗੀ। ਭਾਈ ਲਹਿਣਾ ਇਹ ਸਾਰਾ ਕੁਝ ਕੌਤਕ ਦੇਖ ਕੇ ਵਾਪਸ ਆਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਇਹ ਗੱਲ ਠੀਕ ਹੈ ਵੀ ਮੈਂ ਸੁੰਨ ਸਮਾਧੀਆਂ ਦੇ ਵੀ ਦਰਸ਼ਨ ਕੀਤੇ ਨੇ ਔਰ ਉਹਨਾਂ ਤੋਂ ਇਸ ਗੱਲ ਦਾ ਵੀ ਪਤਾ ਲੱਗਿਆ ਵੀ ਸੱਚਖੰਡ ਦੇ ਮਾਲਕ ਵੀ ਤੁਸੀਂ ਹੋ ਔਰ ਉੱਥੇ ਤੁਸੀਂ ਜੋ ਪਵਿੱਤਰ ਬਾਣੀ ਸੋਦਾ ਰਹਿਰਾਸ ਸਾਹਿਬ ਜੀ ਉਚਾਰਨ ਕੀਤੀ ਹੈ ਇਹਦਾ ਸੱਚਖੰਡ ਦੇ ਵਿੱਚ ਵੀ ਜਾਪ ਹੁੰਦਾ ਹੈ, ਉੱਥੇ ਵੀ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਹੈ ਤੇ ਜਿਹੜਾ ਨਹੀਂ ਕਰਦਾ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਇਸ ਲਈ ਇਹ ਤੁਹਾਡੀ ਮਰਜ਼ਾਦਾ ਇੱਥੇ ਵੀ
ਚੱਲ ਰਹੀ ਹੈ ਤੇ ਸੱਚਖੰਡ ਦੇ ਵਿੱਚ ਵੀ ਚੱਲ ਰਹੀ ਹੈ। ਇਸ ਲਈ ਮਹਾਰਾਜ ਪਰ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਇੱਕ ਦੋ ਹੋਰ ਬੜੇ ਅਚਰਜ ਕੌਤਕ ਦੇਖੇ। ਸਤਿਗੁਰੂ ਕਹਿਣ ਲੱਗੇ, ਭਾਈ ਉਹ ਕੀ ਸਨ, ਦੱਸੋ ਸਾਨੂੰ। ਤਾਂ ਉਹਨਾਂ ਦੱਸਿਆ, ਕਹਿੰਦੇ ਮਹਾਰਾਜ ਕੁਝ ਉਹ ਲੋਕ ਸਨ ਵੀ ਜਿਨ੍ਹਾਂ ਦੀਆਂ ਗਰਦਨਾਂ ਵਿੱਚ ਕਿੱਲੇ ਠੁਕੇ ਸਨ, ਤੇ ਕੁਝ ਉਹ ਸਨ ਜਿਨ੍ਹਾਂ ਦੇ ਮਾਸ ਨੂੰ ਕੱਟ ਕੱਟ ਕੇ ਤੇ ਜਾਨਵਰ ਪੰਛੀ ਖਾ ਰਹੇ ਸਨ, ਤੇ ਕੁਝ ਉਹ ਵੀ ਸਨ ਜਿਨ੍ਹਾਂ ਦੇ ਮੂੰਹ ਪਿਛਲੇ ਪਾਸੇ ਨੂੰ ਲੱਗੇ ਸਨ ਤੇ ਉਹਨਾਂ ਨੂੰ ਤੁਰਨ ਦੇ ਵਿੱਚ ਬੜੀ ਮੁਸ਼ਕਲ ਪੇਸ਼ ਆ ਰਹੀ ਸੀ। ਇਹ ਤਿੰਨ ਕਿਸਮ ਦੇ ਸਾਨੂੰ ਉੱਥੇ ਮਨੁੱਖ ਮਿਲੇ। ਉਹ ਕੌਣ ਸਨ? ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹਦਾ ਖੁਲਾਸਾ ਕਰਕੇ ਸਮਝਾਇਆ। ਕਹਿਣ ਲੱਗੇ, ਭਾਈ ਲਹਿਣਿਆ, ਜਿਨ੍ਹਾਂ ਦੀਆਂ ਗਰਦਨਾਂ ਵਿੱਚ ਕਿੱਲੇ ਠੁਕੇ ਸਨ, ਇਹ ਉਹ ਲੋਕ ਸਨ ਜਿਹੜੇ ਗੁਰੂ ਮਹਾਰਾਜ ਦੇ ਚਰਨਾਂ ਤੇ ਕਦੀ ਝੁਕਦੇ ਨਹੀਂ, ਹੰਕਾਰ ਦੇ ਵਿੱਚ ਹੀ ਆਕੜੇ ਰਹਿੰਦੇ ਸਨ। ਤੇ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਦੀਆਂ ਗਰਦਨਾਂ ਵਿੱਚ ਕਿੱਲੇ ਠੋਕ ਦਿੱਤੇ ਵੀ ਹੁਣ ਬਸ ਤੁਸੀਂ ਝੁਕ ਨਹੀਂ ਸਕੋਗੇ, ਗਰਦਨ ਮੋੜ ਨਹੀਂ ਸਕੋਗੇ। ਇਹ ਉਹਨਾਂ ਨੂੰ ਸਜ਼ਾ ਮਿਲੀ ਹੈ। ਜਿਹੜੇ ਗੁਰੂ ਦੇ ਚਰਨਾਂ ਤੇ ਆ ਕੇ ਵੀ ਝੁਕਣਾ, ਮੱਥਾ ਟੇਕਣਾ ਔਖਾ ਸਮਝਦੇ ਨੇ, ਤੇ ਉਹਨਾਂ ਨੂੰ ਇਹ ਸਜ਼ਾ ਮਿਲਦੀ ਹੈ। ਤੇ ਦੂਸਰੇ ਉਹ ਸਨ ਜਿਨ੍ਹਾਂ ਨੇ ਆਪਣੀਆਂ ਲੜਕੀਆਂ ਨੂੰ ਪੈਸੇ ਦੇ ਬਦਲੇ ਵੇਚਿਆ ਸੀ। ਲਾਲਚ ਦੇ ਵਿੱਚ ਆ ਕੇ ਉਹਨਾਂ ਨੇ ਮਾਸੂਮ ਕੰਨਿਆਂ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਵੇਚਿਆ, ਔਰ ਉਹ ਕੰਨਿਆਂ ਜਿਨ੍ਹਾਂ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਨੇ ਬੇਇਨਸਾਫੀ ਕੀਤੀ, ਔਰ ਉਹ ਕੰਨਿਆਂ ਉਹ ਪੰਛੀਆਂ ਦਾ ਰੂਪ ਧਾਰਨ ਕਰਕੇ ਆਪਣੇ ਮਾਪਿਆਂ ਦਾ ਮਾਸ ਖਾ ਰਹੀਆਂ ਸਨ ਨੋਚ ਨੋਚ ਕੇ। ਉਹ ਕਹਿੰਦੀਆਂ ਤੁਸੀਂ ਸਾਡੇ ਨਾਲ ਇਹ ਬੇਇਨਸਾਫੀ ਕੀਤੀ। ਇਹ ਉਹਨਾਂ ਨੂੰ ਸਜ਼ਾ ਮਿਲ ਰਹੀ ਸੀ ਜਿਹੜੇ ਕੋਈ ਧੀਆਂ ਭੈਣਾਂ ਨੂੰ ਵੇਚਣ ਵਾਲੇ ਲੋਕ ਸਨ। ਤੇ ਤੀਸਰੇ ਉਹ ਜਿਨ੍ਹਾਂ ਦੇ ਮੂੰਹ ਉਲਟੇ ਲੱਗੇ ਹੋਏ ਸਨ, ਉਹ ਲੋਕ ਸਨ ਜਿਹੜੇ ਗੁਰੂ ਤੋਂ ਬੇਮੁਖ ਹੋਏ ਹੋਏ ਨੇ, ਜਿਨ੍ਹਾਂ ਦਾ ਗੁਰੂ ਵੱਲ ਮੂੰਹ ਨਹੀਂ ਨਾ, ਉਹਨਾਂ ਦੇ ਮੂੰਹ ਹੀ ਪੁੱਠੇ ਵਾਹਿਗੁਰੂ ਨੇ ਲਾ ਦਿੱਤੇ, ਚੰਗਾ ਹੁਣ ਤੁਰੇ ਫਿਰੋ। ਤੇ ਇਹ ਉਹ ਸਨ। ਇਹ ਜਿਹੜੀਆਂ ਸਾਖੀਆਂ ਨੇ, ਭਾਵੇਂ ਕਹਿਣ ਵਾਸਤੇ ਤਾਂ ਕੁਝ ਵੀ ਇਹਨਾਂ ਦੇ ਬਾਰੇ ਕੋਈ ਕੁਝ ਵੀ ਕਹਿ ਸਕਦਾ ਹੈ ਵੀ ਇਹ ਝੂਠੀਆਂ ਨੇ ਜਾਂ ਇਹ ਮਿਥਹਾਸ ਨੇ ਜਾਂ ਮਨੋਕਲਪਤ ਨੇ, ਪਰ ਸਾਖੀ ਤੋਂ ਭਾਵ ਹੁੰਦਾ ਸਿੱਖਿਆ ਦਾ, ਵੀ ਸਾਨੂੰ ਇਹਨਾਂ ਤੋਂ ਸਿੱਖਿਆ ਲੈਣੀ ਬਣਦੀ ਹੈ। ਜਿਹੜੀ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਉਹ ਸਾਨੂੰ ਗ੍ਰਹਿਣ ਕਰਨੀ ਬਣਦੀ ਹੈ। ਇਹਦਾ ਮਤਲਬ ਇਹ ਹੈ ਵੀ ਸਾਨੂੰ ਹਮੇਸ਼ਾ ਲਈ ਗੁਰੂ ਮਹਾਰਾਜ ਦੇ ਸਨਮੁਖ ਰਹਿਣਾ ਚਾਹੀਦਾ ਹੈ ਤੇ ਗੁਰੂ ਮਹਾਰਾਜ ਦੇ ਚਰਨਾਂ ਤੇ ਹਮੇਸ਼ਾ ਲਈ ਝੁਕੇ ਰਹਿਣਾ ਚਾਹੀਦਾ ਹੈ। ਤੇ ਨਾਲ ਹੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਬੱਚੀਆਂ ਨੇ, ਕਦੇ ਵੀ ਲਾਲਚ ਵਸ ਅਸੀਂ ਇਹਨਾਂ ਦਾ ਕਿਤੇ ਰਿਸ਼ਤਾ ਨਹੀਂ ਕਰਨਾ, ਵਿਆਹ ਨਹੀਂ ਕਰਨਾ, ਨਹੀਂ ਸਾਡਾ ਇਹ ਮਾਸ ਕੱਟ ਕੱਟ ਕੇ ਖਾਣਗੀਆਂ। ਇਹ ਸਿੱਖਿਆ ਸਾਨੂੰ ਇਹ ਪ੍ਰਾਪਤ ਕਰਨ ਦੇ ਲਈ ਅਜਿਹੀਆਂ ਸਾਖੀਆਂ ਸਾਨੂੰ ਲਿਖੀਆਂ ਮਿਲਦੀਆਂ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਪਵਿੱਤਰ ਬਾਣੀ ਸੋਦਰ ਦੀ ਬਾਣੀ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ, ਔਰ ਇਸ ਬਾਣੀ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਜੋ ਨਜ਼ਾਰਾ ਤੱਕਿਆ ਤੇ ਹੂਬਹੂ ਉਸ ਨੂੰ ਗੁਰੂ ਮਹਾਰਾਜ ਨੇ ਇੱਥੇ ਬਿਆਨ ਕੀਤਾ ਹੈ। ਔਰ ਇਹ ਰਹਿਰਾਸ ਸਾਹਿਬ ਜੀ ਦਾ ਇਹ ਪਹਿਲਾ ਸ਼ਬਦ ਹੈ ਸੋਦਰ, ਜਿਸ ਨੂੰ ਆਪਾਂ ਆਰੰਭ ਦੇ ਵਿੱਚ ਪੜ੍ਹਦੇ ਹਾਂ। ਭਾਵੇਂ ਠੀਕ ਹੈ ਜਿਹੜੀ ਹੁਣ ਰਹਿਰਾਸ ਸਾਹਿਬ ਜੀ ਦਾ ਪਾਠ ਆਪਾਂ ਕਰਦੇ ਹਾਂ ਜਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਤਾ ਜਾਂਦਾ ਹੈ, ਉਹਦੇ ਨਾਲ ਪਹਿਲਾਂ ਹਰ ਜੁਗ ਜੁਗ ਦਾ ਛੱਕਾ ਵੀ ਪੜ੍ਹਿਆ ਜਾਂਦਾ ਹੈ, ਤੇ ਉਸ ਤੋਂ ਬਾਅਦ ਤੇ ਫਿਰ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ, ਇਹ ਵੀ ਆਸਾ ਜੀ ਦੀ ਵਾਰ ਦਾ ਸ਼ਲੋਕ ਹੈ। ਇਹਨੂੰ ਪੜ੍ਹ ਕੇ ਫਿਰ ਸੋਦਰ ਬਾਣੀ ਆਰੰਭ ਕੀਤੀ ਜਾਂਦੀ ਹੈ। ਸੋ ਰਹੋ ਵਿਚਾਰੇ ਪੰਥ ਦੀ ਕੁਛ ਆਪਣੀ ਮਰਜ਼ਾਦਾ ਹੈ, ਔਰ ਚਾਹੀਦਾ ਇਹ ਹੈ ਵੀ ਜਿੰਨੀ ਵੀ ਬਾਣੀ ਵੱਧ ਤੋਂ ਵੱਧ ਪੜ੍ਹੀ ਜਾਵੇ ਤੇ ਉਨੀ ਹੀ ਸਾਨੂੰ ਪੜ੍ਹਨੀ ਚਾਹੀਦੀ ਹੈ। ਘੱਟ ਪੜ੍ਹਨ ਦਾ ਤੇ ਫਲ ਵੀ ਘੱਟ ਹੀ ਹੋਣਾ, ਵੱਧ ਪੜ੍ਹਨ ਦਾ ਫਲ ਸਾਨੂੰ ਵੱਧ ਮਿਲੇਗਾ। ਇਸ ਲਈ ਸੰਪੂਰਨ ਪਾਠ ਜੋ ਪਹਿਲਾਂ ਚੱਲਿਆ ਆਉਂਦਾ ਸੀ, ਔਰ ਦੱਸਦੇ ਨੇ ਵੀ ਇਹ ਜਿਹੜੀ ਰਹਿਰਾਸ ਸਾਹਿਬ ਜੀ ਜਿਹੜੀ ਇਹ ਟਕਸਾਲ ਦੇ ਵਿੱਚ ਹੁਣ ਇਹ ਪ੍ਰਚਲਿਤ ਹੈ ਤੇ ਪੜ੍ਹੀ ਜਾਂਦੀ ਹੈ, ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮਕਾਲੀ ਵੀ ਸਨ, ਔਰ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਪਾਵਨ ਬਾਣੀ ਵੀ ਲਿਖੀ। ਦਮਦਮੇ ਸਾਹਿਬ ਜਦੋਂ ਗੁਰੂ ਮਹਾਰਾਜ ਨੇ ਕੰਠੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਚਾਰਨ ਕੀਤਾ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਉਹ ਮੁੱਖ ਗ੍ਰੰਥੀ ਦੀ ਸੇਵਾ ਕਰਦੇ ਸਨ। ਜਦੋਂ ਉਹ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਮੁੱਖ ਗ੍ਰੰਥੀ ਦੀ ਸੇਵਾ ਕਰਦੇ ਸਨ, ਉਹਨਾਂ ਨੇ ਉਸ ਵੇਲੇ ਕੁਝ ਮਰਜ਼ਾਦਾ ਬਣਾਈਆਂ ਸਨ,
ਔਰ ਉਹਨਾਂ ਨੇ ਉਸ ਵੇਲੇ ਰਹਿਰਾ ਸਾਹਿਬ ਜੀ ਦਾ ਪਾਠ ਤੇ ਹੋਰ ਬਾਣੀਆਂ ਦੇ ਸੰਗ੍ਰਹਿ ਇੱਕ ਪੋਥੀ ਬਣਾਈ, ਜਿਸ ਨੂੰ ਪੰਜ ਗ੍ਰੰਥੀ ਦਾ ਨਾਮ ਹੁਣ ਦਿੱਤਾ ਜਾਂਦਾ ਹੈ। ਪੰਜ ਗ੍ਰੰਥੀ, ਉਸ ਪੰਜ ਗ੍ਰੰਥੀ ਪੋਥੀ ਦੇ ਅੰਦਰ ਜਿਹੜੇ ਵਿਦਿਆਰਥੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਿੱਖਣਾ ਚਾਹੁੰਦੇ ਨੇ ਤੇ ਪਹਿਲਾਂ ਉਹਨਾਂ ਨੂੰ ਪੰਜ ਗ੍ਰੰਥੀ ਪੜ੍ਹਾਈ ਜਾਂਦੀ ਹੈ। ਫਿਰ ਨੰਬਰ 2 ਤੇ 22 ਵਾਰਾਂ ਹੈ, ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਨੇ ਬਾਣੀਆਂ, ਫਿਰ ਉਹਨਾਂ ਦਾ ਪਾਠ ਸਿਖਾਇਆ ਜਾਂਦਾ ਤੇ ਫਿਰ ਅੱਗੇ ਭਗਤ ਬਾਣੀ ਆ ਜਾਂਦੀ ਹੈ। ਇਹ ਜਿਹੜੀ ਪੰਜ ਗ੍ਰੰਥੀ ਪੋਥੀ ਹੈ 22 ਵਾਰਾਂ ਜਾਂ ਭਗਤ ਬਾਣੀ, ਇਹ ਭਾਈ ਮਨੀ ਸਿੰਘ ਜੀ ਨੇ ਪਹਿਲਾਂ ਇਹਨਾਂ ਨੂੰ ਇਸ ਤਰ੍ਹਾਂ ਲਿਖਿਆ ਸੀ ਵਿਦਿਆਰਥੀਆਂ ਦੀ ਸਹੂਲਤ ਵਾਸਤੇ, ਕਿਉਂਕਿ ਜਿਸਨੇ ਪਾਠ ਸਿੱਖਣਾ ਸੀ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਉਹ ਰੱਖ ਨਹੀਂ ਸੀ ਸਕਦੇ, ਉਹ ਮਰਜ਼ਾਦਾ ਉਹ ਸਤਕਾਰ ਆਪਾਂ ਨਹੀਂ ਰੱਖ ਸਕਦੇ। ਪੋਥੀਆਂ ਤੋਂ ਬਾਣੀ ਆਪਾਂ ਘਰਾਂ ਦੇ ਵਿੱਚ ਵੀ ਪੜ੍ਹ ਸਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਨੂੰ ਘਰਾਂ ਦੇ ਵਿੱਚ ਪੂਰਾ ਸਤਕਾਰ ਦੇ ਨਾਲ ਰੱਖਣਾ ਹਰ ਕਿਸੇ ਲਈ ਮੁਸ਼ਕਲ ਹੁੰਦਾ। ਇਸ ਲਈ ਭਾਈ ਮਨੀ ਸਿੰਘ ਜੀ ਨੇ ਘਰ ਘਰ ਬਾਣੀ ਪਹੁੰਚਾਉਣ ਦੀ ਖਾਤਰ ਤੇ ਪੰਜ ਗ੍ਰੰਥੀ ਪੋਥੀ 22 ਵਾਰਾਂ ਤੇ ਭਗਤ ਬਾਣੀਆਂ ਪੋਥੀਆਂ ਇਹ ਰਚੀਆਂ ਵੀ ਇਹਨਾਂ ਦੁਆਰਾ ਬਾਣੀ ਪਹਿਲਾਂ ਪੜ੍ਹੀ ਜਾਵੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਅੱਗੇ ਸਿੱਖਿਆ ਜਾਵੇ, ਤੇ ਨਾਲੇ ਬਾਣੀ ਦਾ ਕੁਝ ਪਹਿਲਾਂ ਅਭਿਆਸ ਹੋ ਜਾਂਦਾ ਤੇ ਫਿਰ ਬਾਕੀ ਬਾਣੀ ਅੱਗੇ ਸਰਲ ਹੋ ਜਾਂਦੀ ਸੀ, ਉਹਨੂੰ ਪੜ੍ਹਨਾ ਸੁਖੇਨ ਹੋ ਜਾਂਦਾ ਸੀ। ਇਸ ਢੰਗ ਦੇ ਨਾਲ ਭਾਈ ਮਨੀ ਸਿੰਘ ਜੀ ਨੇ ਜਿਹੜੀ ਪੁਰਾਤਨ ਪੰਜ ਗ੍ਰੰਥੀ ਪੋਥੀ ਵਿੱਚ ਜਿਹੜੀ ਰਹਿਰਾ ਸਾਹਿਬ ਜਿੰਨੀ ਲਿਖੀ ਹੈ ਤੇ ਹੁਣ ਵੀ ਤੁਸੀਂ ਵੇਖ ਸਕਦੇ ਹੋ, ਔਰ ਉਹਦੇ ਵਿੱਚ ਪੁਰਾਤਨ ਜਿਹੜੇ ਹੱਥ ਲਿਖਤ ਖਰੜੇ ਨੇ ਤੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਉਹਨਾਂ ਦੀ ਖੋਜ ਕੀਤੀ ਹੈ ਔਰ ਉਹ ਇਸ ਨਤੀਜੇ ਤੇ ਪਹੁੰਚੇ ਨੇ। ਉਹ ਕਹਿੰਦੇ ਨੇ ਵੀ ਜਿਹੜੀ ਸਭ ਤੋਂ ਪੁਰਾਤਨ ਉਹਨਾਂ ਨੂੰ ਖਰੜਾ ਮਿਲਿਆ ਪੰਜ ਗ੍ਰੰਥੀ ਦਾ, ਉਹਦੇ ਵਿੱਚ ਸੰਪੂਰਨ ਰਹਿਰਾ ਸਾਹਿਬ ਦਾ ਪਾਠ ਲਿਖਿਆ ਮਿਲਿਆ। ਬਾਕੀ ਆਪਣੀ ਮਰਜ਼ੀ ਨਾਲ ਘਾਟੇ ਵਾਧੇ ਸਾਰੇ ਹੋਏ ਨੇ ਤੇ ਟਕਸਾਲ ਨੇ ਉਸੇ ਪਾਠ ਨੂੰ ਹੀ ਅਪਣਾਇਆ ਹੋਇਆ ਜਿਹੜਾ ਭਾਈ ਮਨੀ ਸਿੰਘ ਜੀ ਦੀ ਪੰਜ ਗ੍ਰੰਥੀ ਪੋਥੀ ਵਿੱਚੋਂ ਮਿਲਿਆ। ਇਸ ਲਈ ਉਸੇ ਦਾ ਪਠਨ ਪਾਠਨ ਵਿਦਿਆਰਥੀਆਂ ਨੂੰ ਤੇ ਸੰਗਤਾਂ ਨੂੰ ਵੀ ਕਰਵਾਇਆ ਜਾਂਦਾ ਹੈ। ਸੋ ਇਹ ਵਿਸ਼ੇਸ਼ ਵਿਚਾਰ ਇਸ ਲਈ ਕੀਤੀ ਹੈ ਕਿਉਂਕਿ ਰਹਿਰਾ ਸਾਹਿਬ ਜੀ ਦਾ ਪਾਠ ਹਮੇਸ਼ਾ ਸੰਗਤਾਂ ਕਰਦੀਆਂ ਨੇ। ਇਹਦੇ ਬਾਰੇ ਸ਼ੰਕੇ ਪੰਕੇ ਵੀ ਨੇ, ਕੋਈ ਕਹਿੰਦਾ ਜੀ ਕਿੰਨਾ ਕਰਨਾ ਚਾਹੀਦਾ, ਤਾਂ ਇਹ ਬੇਨਤੀਆਂ ਕੀਤੀਆਂ ਨੇ ਵੀ ਇਹ ਪਾਠ ਪੰਜ ਗ੍ਰੰਥੀ ਪੋਥੀ ਵਿੱਚ ਜੋ ਭਾਈ ਮਨੀ ਸਿੰਘ ਜੀ ਨੇ ਲਿਖੀ ਉਹਦੇ ਵਿੱਚ ਜੋ ਲਿਖਿਆ ਹੋਇਆ ਅਸੀਂ ਉਹ ਪੜ੍ਹਦੇ ਹਾਂ। ਬਾਕੀ ਸਾਰੇ ਵਾਧੇ ਘਾਟੇ ਪਿੱਛੋਂ ਹੋਏ ਨੇ, ਉਹ ਗੱਲ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਉਹਨਾਂ ਨੇ ਕਿਉਂ ਕੀਤੇ ਤੇ ਕਿਵੇਂ ਕੀਤੇ। ਅਸੀਂ ਤੇ ਆਪਣੀ ਪੁਰਾਤਨ ਜਿਹੜਾ ਉਸ ਦਾ ਸਰੂਪ ਹੈ ਉਹਨੂੰ ਸੰਭਾਲਿਆ ਹੋਇਆ ਹੈ। ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਆਪਾਂ ਸਾਰੇ ਹੀ ਗੁਰਬਾਣੀ ਦਾ ਸੰਪੂਰਨ ਪਾਠ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਂਦੇ ਰਹੀਏ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੋ ਸਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।